Hello students, in this video we will do weekly revision assignment number 8 of 10th class. This assignment is related to trigonometry ratios. इसलिए ਤੁਹਾਨੂੰ एक टेबल याद करना पैना है trigonometry ratios वाला. फर्स्ट क्वेश्चन टेबल बेस्ड है. ਤੁਸੀਂ ਟੇਬਲ ਨੂੰ ਸਾਹਮਣੇ ਰੱਖ ਲਓ. ਮੈਂ ਵੈਲਿਊਜ਼ ਫਿਲ ਕਰਨ ਜਾ ਰਹੀ ਹਾਂ ਟੇਬਲ ਤੋਂ. ਸਭ ਤੋਂ ਪਹਿਲਾਂ sin 30. sin 30 ਕਿੰਨਾ ਹੁੰਦਾ ਹੈ? sin 30 ਦੀ ਵੈਲਿਊ ਹੁੰਦੀ ਹੈ 1/2. then cos 45 ਇਹਦੀ ਵੈਲਿਊ ਹੁੰਦੀ ਹੈ 1/√2. cos 30 ਇਹਦੀ ਹੁੰਦੀ ਹੈ √3/2. ਇਹਨਾਂ ਵੈਲਿਊਜ਼ ਨੂੰ ਮੈਂ ਫਸਟ ਕੁਐਸਚਨ 'ਚ ਫਿਲ ਕਰੂੰਗੀ. ਤਾਂ ਪਹਿਲਾ ਹੈ sin square 30 means 1/2 plus cos 45 1/√2 square plus cos square 30 means √3/2 whole square. ਇਹਨੂੰ ਕੈਲਕੂਲੇਟ ਕਰਾਂਗੇ. ਇਹਨੂੰ ਕੈਲਕੂਲੇਟ ਕਰਕੇ ਆ ਰਿਹਾ ਹੈ 1/4 plus 1/2 plus 3/4. ये 1/1 square 1, 2 the square 4, 1 square 1, √2 square is 2, √3 square is 3, 2 square is 4. Now by taking LCM ਇੱਥੇ ਆ ਗਿਆ 1 plus 2 plus 3 ਟੋਟਲ ਹੈ 6/4. ਹੁਣ 6/4 ਤਾਂ ਆਪਸ਼ਨ 'ਚ ਹੈ ਨਹੀਂ, ਤਾਂ ਆਪਾਂ ਇਹਨੂੰ ਸਿੰਪਲੈਸਟ ਫਾਰਮ 'ਚ ਕਰਾਂਗੇ 3/2. 3/2 ਇਜ਼ ਆਂਸਰ, ਮੀਨਸ ਥਰਡ ਆਪਸ਼ਨ. ਇਹਨੂੰ ਸੋਲਵ ਕਰਕੇ ਦੇਖ ਲਿਓ ਆਪਣੀ ਕਾਪੀ 'ਤੇ, ज़्यादा बेटर समझ आऊगा. तो अपना आंसर बन रहा है 3/2. नेक्स्ट है sin A इक्वल टू 1/√2. ਇਹਦੇ ਲਈ ਤੁਹਾਨੂੰ ਇੱਕ ਫਾਰਮੂਲਾ ਯਾਦ ਰੱਖਣਾ ਪੈਣਾ ਹੈ. ਇਹ ਸਾਈਨ ਕਾਸ ਟੈਨ ਜਿਹੜੀਆਂ ਟ੍ਰਿਗਨੋਮੈਟਰੀ ਰੇਸ਼ੀਓਜ਼ ਹੈ, ਇਹਨਾਂ ਦੀ ਰਿਲੇਸ਼ਨਸ਼ਿਪ ਕੀ ਹੈ ਵਿਦ ਰਾਈਟ ਐਂਗਲ ਟਰਾਇੰਗਲ. ਉਹਦਾ ਫਾਰਮੂਲਾ ਹੈ P ਪੰਡਿਤ, B ਬਦਰੀ, P ਪ੍ਰਸਾਦ, ਹਰ ਹਰ ਬੋਲੇ, ਸੋਨਾ ਚਾਂਦੀ ਤੋਲੇ. ਦਿਸ ਇਜ਼ ਅ ਟ੍ਰਿਕ ਟੂ ਲਰਨ. ਟ੍ਰਿਕ ਹੈ ਲਰਨ ਕਰਨ ਦੀ. ਪੰਡਿਤ ਬਦਰੀ ਪ੍ਰਸਾਦ ਹਰ ਹਰ ਬੋਲੇ, ਸੋਨਾ ਚਾਂਦੀ ਤੋਲੇ. ਤਾਂ ਜਿਹੜਾ S ਮੀਨਸ ਹੈ ਉਹ ਹੈ ਸਾਈਨ, C ਮੀਨਸ ਕਾਸ, T ਮੀਨਸ ਟੈਨ. ਤਾਂ ਸਾਈਨ ਦੀ ਵੈਲਿਊ ਹੋ ਗਈ P/H, ਕਾਸ ਦੀ B/H, ਟੈਨ ਦੀ P/B. ਤਾਂ ਹੁਣ ਆਪਾਂ ਨੂੰ ਸਾਈਨ ਗਿਵਨ ਹੈ. ਅੱਛਾ, ਇਸ ਚੈਪਟਰ ਲਈ ਆਪਾਂ ਨੂੰ ਇੱਕ ਤਾਂ ਇਹ ਚੀਜ਼ ਜ਼ਰੂਰੀ ਹੈ. ਸੈਕਿੰਡਲੀ ਆਪਾਂ ਨੂੰ ਟੇਬਲ ਜ਼ਰੂਰੀ ਹੈ. ਇਹਨਾਂ ਦੇ ਰਿਗਾਰਡਿੰਗ ਆਪਣੇ ਸਾਰੇ ਕੁਐਸਚਨਸ ਹੋਣਗੇ. ਹੁਣ ਆਪਾਂ ਪਹਿਲਾਂ ਕੁਐਸਚਨਸ ਨੂੰ ਦੇਖਾਂਗੇ. ਪਹਿਲਾ ਕੀ ਹੈ, ਸਾਈਨ A ਇਕੁਅਲ ਟੂ 1/√2. ਅਤੇ ਸੈਕਿੰਡ ਗਿਵਨ ਆਪਾਂ ਨੂੰ ਕਾਸ B ਇਕੁਅਲ ਟੂ 1. ਇਸ ਕੁਐਸਚਨ ਨੂੰ ਸੋਲਵ ਕਰਨ ਲਈ ਸਭ ਤੋਂ ਪਹਿਲਾਂ ਇਹਨਾਂ ਵੈਲਿਊਜ਼ ਨੂੰ ਦੇਖਣਾ ਹੈ. ਅਗਰ ਇਹ ਵੈਲਿਊਜ਼ ਟੇਬਲਸ 'ਚੋਂ ਨਿਕਲ ਰਹੀਆਂ ਤਾਂ ਤੁਹਾਡਾ ਸਾਹਮਣੇ ਲਈ ਇਹ ਵਾਲਾ ਮੈਥਡ ਲਗਾਉਣ ਦੀ ਜ਼ਰੂਰਤ ਨਹੀਂ ਹੈ. ਅਗਰ ਇਹ ਵੈਲਿਊਜ਼ ਡਾਇਰੈਕਟਲੀ ਟੇਬਲ 'ਚ ਹੈ ਤਾਂ ਤੁਹਾਨੂੰ ਮੈਥਡ ਇਹ ਵਾਲਾ ਲਗਾਉਣ ਦੀ ਜ਼ਰੂਰਤ ਨਹੀਂ ਹੈ. ਡਾਇਰੈਕਟਲੀ ਟੇਬਲ 'ਚੋਂ ਵੈਲਿਊਜ਼ ਕੱਢੋ.
ਜੇ ਇਹ ਟੇਬਲ ਵਾਲੀਆਂ ਵੈਲਿਊਜ਼ ਨਹੀਂ ਹੈ ਫਿਰ ਇਹ ਮੈਥਡ ਲਗਾਵਾਂਗੇ ਆਪਾਂ। ਤਾਂ ਹੁਣ ਇਹ ਸਾਈਨ ਏ ਇਕੁਅਲ ਟੂ 1/√2 ਹੈ। 1/√2 ਕਿੱਥੇ ਹੁੰਦਾ? ਇਹ ਹੁੰਦਾ 45 'ਤੇ। ਤਾਂ ਇਹ ਕਿੰਨਾ ਹੋ ਗਿਆ? 45 ਮੀਨਸ ਐਂਗਲ ਜਿਹੜਾ ਏ ਹੈ 45 ਫਿਲ ਕਰਾਂਗੇ ਤਾਂ 1/√2 ਵੈਲਿਊ ਆਊਗੀ। ਨੈਕਸਟ cos B ਇਜ਼ 1। cos B 1 ਕਦੋਂ ਹੁੰਦਾ ਹੈ? 1 ਹੁੰਦਾ 0 'ਤੇ। ਤਾਂ B ਦੀ ਵੈਲਿਊ ਕੀ ਹੋਗੀ? cos ਵਾਲੀ ਲਾਈਨ 'ਚ ਦੇਖੋਗੇ ਟੇਬਲ 'ਚ ਤਾਂ ਉਹ 0 'ਤੇ ਹੁੰਦਾ ਹੈ, ਤਾਂ B ਦੀ ਵੈਲਿਊ 0 ਹੋ ਗਈ। ਤਾਂ ਕੁਐਸਚਨ ਉਹਨਾਂ ਨੇ ਕਿਹਾ ਹੈ ਸਾਈਨ A+B, ਐਂਗਲ ਹੈ ਜਿਹੜਾ ਉਹ A+B ਹੈ। ਹੁਣ A ਅਤੇ B ਨੂੰ ਐਡ ਕਰੋ, ਕਿੰਨਾ ਆ ਗਿਆ? 45। ਤਾਂ ਇਹ ਬਣ ਗਿਆ ਸਾਈਨ 45। ਸਾਈਨ 45 ਦੀ ਵੈਲਿਊ ਅਗੇਨ ਚੈੱਕ ਫਰੋਮ ਟੇਬਲ, 1/√2। ਹੁਣ 1/√2 ਟੇਬਲ ਦੇ ਵਿੱਚੋਂ ਫਾਈਂਡ ਆਊਟ ਆਪਸ਼ਨਸ ਦੇ ਵਿੱਚੋਂ ਫਾਈਂਡ ਆਊਟ ਕਰੋ। ਪਹਿਲਾ ਆਪਸ਼ਨ 0, ਸੈਕਿੰਡ 1, ਥਰਡ 2, ਦੈਨ ਇਹਨਾਂ ਤਿੰਨਾਂ 'ਚੋਂ ਤਾਂ ਕੋਈ ਨਹੀਂ, ਤਾਂ ਨਨ ਆਫ ਦੀਜ਼ ਆਨਸਰ ਬਣ ਰਿਹਾ ਤੁਹਾਡਾ ਕਰੈਕਟ। ਨੈਕਸਟ ਹੈ ਥਰਡ, cos ਸਕੁਏਅਰ ਥੀਟਾ 1 + cos 1 - cos। ਇੱਥੇ ਆਇਡੈਂਟੀ ਯੂਜ਼ ਹੋ ਰਹੀ ਹੈ, ਕੋਸੀਕੈਂਟ ਸਕੁਏਅਰ ਥੀਟਾ। ਇੱਥੇ ਫਾਰਮੂਲਾ 1 A+B, A - B ਦੀ ਆਇਡੈਂਟੀ, ਅਤੇ ਬਣ ਗਿਆ 1 - cos ਸਕੁਏਅਰ ਥੀਟਾ। ਇੱਕ ਆਇਡੈਂਟੀ ਆਪਣੇ ਇਹਦੇ 'ਚ ਹੈਗੀ ਹੈ ਸਾਈਨ ਸਕੁਏਅਰ ਥੀਟਾ ਪਲੱਸ cos ਸਕੁਏਅਰ ਥੀਟਾ ਇਕੁਅਲ ਟੂ 1। ਇਹਦੇ 'ਚੋਂ ਆਪਾਂ ਵੈਲਿਊ ਕੱਢਾਂਗੇ 1 - cos ਸਕੁਏਅਰ ਥੀਟਾ ਦੀ, ਤਾਂ ਆ ਗਈ ਸਾਈਨ ਸਕੁਏਅਰ ਥੀਟਾ। ਤਾਂ ਆਪਾਂ ਇਹਨੂੰ ਰਿਪਲੇਸ ਕਰਾਂਗੇ, ਇਸ ਵੈਲਿਊ ਨੂੰ ਰਿਪਲੇਸ ਕਰਾਂਗੇ ਵਿਦ ਸਾਈਨ ਸਕੁਏਅਰ ਥੀਟਾ ਨਾਲ, ਇਨਟੂ ਸਾਈਨ ਸਕੁਏਅਰ ਥੀਟਾ। ਹੁਣ ਮੈਂ ਤੁਹਾਡਾ ਇੱਥੇ ਲਿਖਣ ਜਾ ਰਹੀ ਹਾਂ। ਦੇਖੋ ਜਿਹੜਾ ਕੋਸੀਕੈਂਟ ਹੁੰਦਾ ਹੈ ਉਹ ਸਾਈਨ ਦਾ ਰੈਸੀਪ੍ਰੋਕਲ ਹੁੰਦਾ ਹੈ। ਤਾਂ ਆਪਾਂ ਕੋਸੀਕੈਂਟ ਨੂੰ ਕਿਵੇਂ ਲਿਖ ਸਕਦੇ ਹਾਂ? 1/sin, 1/1 sin ਸਕੁਏਅਰ ਥੀਟਾ ਇੰਟੂ ਸਾਈਨ ਸਕੁਏਅਰ ਥੀਟਾ। ਤਾਂ ਕੋਸੀਕੈਂਟ ਨੂੰ ਕਾਹਦੇ 'ਚ ਕਨਵਰਟ ਕਰ ਲਿਆ ਆਪਾਂ? 1/sin ਸਕੁਏਅਰ ਨਾਲ। ਸਾਈਨ ਸਕੁਏਅਰ ਕੈਂਸਲ ਵਿਦ ਸਾਈਨ ਸਕੁਏਅਰ, ਤਾਂ ਆਨਸਰ ਆ ਰਿਹਾ 1। ਤਾਂ ਆਪਣਾ ਕਰੈਕਟ ਆਪਸ਼ਨ 1। ਮੇਰੇ ਕੋਲ ਥੋੜ੍ਹੀ ਸਪੇਸ ਘੱਟ ਹੁੰਦੀ ਹੈ ਤਾਂ ਸੌਰੀ, ਐਡਜਸਟ ਕਰ ਲਿਆ ਕਰੋ। ਪਿਛਲਾ ਥੋੜ੍ਹਾ ਜਿਹਾ ਬੈਕ ਕਰਕੇ ਵੀਡੀਓ ਨੂੰ ਦੇਖ ਲਿਆ ਕਰੋ। ਨੈਕਸਟ ਹੈ ਇਫ tan ਥੀਟਾ ਇਕੁਅਲ ਟੂ cot ਥੀਟਾ ਦੈਨ secant ਥੀਟਾ ਇਜ਼ ਇਕੁਅਲ ਟੂ ਵਾਟ। tan ਥੀਟਾ ਅਤੇ cot ਥੀਟਾ ਆਪਸ 'ਚ ਇਕੁਅਲ ਕਦੋਂ ਹੁੰਦੇ ਆ? ਦੋਨਾਂ ਦੀ ਵੈਲਿਊ ਇਕੁਅਲ ਕਦੋਂ ਹੁੰਦੀ ਹੈ? ਇਹ 45 'ਤੇ ਹੁੰਦੀ ਹੈ। 45 'ਤੇ ਮਤਲਬ ਕਿ ਥੀਟਾ ਤੁਹਾਡਾ ਹੋ ਗਿਆ 45। ਹੁਣ ਆਪਾਂ ਕਰਨੀ ਹੈ secant 45 ਦੀ ਵੈਲਿਊ। secant ਥੀਟਾ ਦੇ ਆਰ ਆਸਕਿੰਗ secant 45। secant 45 is reciprocal of cos ਥੀਟਾ। cos 45 ਦੀ ਵੈਲਿਊ ਕੱਢ ਲਓ, ਉਹਦਾ ਰੈਸੀਪ੍ਰੋਕਲ ਕਰ ਦਿਓ। cos 45 ਹੁੰਦਾ 1/√2, ਤਾਂ ਉਹ ਹੋ ਗਿਆ ਰੈਸੀਪ੍ਰੋਕਲ ਹੋ ਗਿਆ √2। ਤਾਂ ਤੁਹਾਡਾ ਆਨਸਰ ਬਣ ਰਿਹਾ D option। Next is fifth question, 3 cot theta equal to 5। ਇਹਦੇ 'ਚੋਂ cot theta ਦੀ ਵੈਲਿਊ ਕੱਢੋ। cot theta equal to 5/3, ਜੋ ਹੈ ਕੁਐਸਚਨ ਦੇ 3 ਸੀ, ਇਹਦੇ ਅਪੋਨ 'ਚ ਲੈ ਗਏ। ਤਾਂ ਹੁਣ ਇੱਥੇ ਉਹੀ ਪੰਡਿਤ ਬਦਰੀ ਪ੍ਰਸਾਦ ਵਾਲਾ ਫਾਰਮੂਲਾ ਲਗਾਉਣਾ ਹੈ। cot ਕਿਹਦਾ ਰੈਸੀਪ੍ਰੋਕਲ ਹੁੰਦਾ? tan ਦਾ ਹੁੰਦਾ, ਤਾਂ tan ਹੁੰਦਾ P/B, ਤਾਂ cot ਹੋ ਗਿਆ B/P। ਇਨ ਰਾਈਟ ਐਂਗਲ ਟਰਾਇੰਗਲ ਬੇਸ ਆਪਣੇ ਕੋਲ 5 ਹੈ, P ਪਰਪੈਂਡੀਕੂਲਰ 3 ਹੈ, ਹਾਈਪੋਟੈਨਸ ਫਾਈਂਡ ਕਰ ਲਓ ਬਾਈ ਪਾਈਥਾਗੋਰਸ। h² = P² + B²।
P is 3, base 5, 9 plus 25, it's 34, ਤਾਂ h ਆ ਗਿਆ √34। ਇਹਨੂੰ ਯਾਦ ਰੱਖਿਓ। ਹੁਣ ਆਪਣਾ ਕੱਢਿਆ h, ਤੇ ਕੱਢਣਾ ਆਪਾਂ ਸਾਈਨ ਥੀਟਾ ਦੇ ਕੁਐਸਚਨ ਨੂੰ। ਦੇਖੋ ਸਾਈਨ ਥੀਟਾ ਕਾਸ ਥੀਟਾ ਦੋ ਵੈਲਿਊਜ਼ ਚਾਹੀਦੀਆਂ ਆਪਾਂ ਨੂੰ, ਤਾਂ ਸਾਈਨ ਥੀਟਾ ਕਿਵੇਂ ਕੱਢਦੇ ਆ? P/h, ਪਰਪੈਂਡੀਕੂਲਰ ਕਿੰਨਾ ਸੀ ਆਪਣਾ 3, √34। ਨੈਕਸਟ ਹੈ ਕਾਸ ਥੀਟਾ ਕਿੰਨਾ ਹੋਊਗਾ B/h, 5/√34। ਇਹਨੂੰ ਸੋਲਵ ਕਰਨਾ ਹੈ। ਤਾਂ ਫਸਟ ਹੈ 5 ਇੰਟੂ, ਅੱਛਾ ਸਾਈਨ ਥੀਟਾ ਦੀ ਵੈਲਿਊ ਚਾਹੀਦੀ ਹੈ ਆਪਾਂ ਨੂੰ। ਸਾਈਨ ਥੀਟਾ ਦੀ ਕੀ ਹੈ, ਜੋ ਪਿੱਛੇ ਆਪਾਂ ਵੀਡੀਓ 'ਚ ਚੈੱਕ ਕਰ ਲਓ ਕਿੰਨੀ ਆਪਾਂ ਕੱਢੀ ਹੈ। ਇਹ ਹੈਗੀ ਹੈ 3/√34 ਮਾਈਨਸ 3 ਮਲਟੀਪਲਾਈ ਕਾਸ ਦੀ ਵੈਲਿਊ ਕਿੰਨੀ ਕੱਢੀ ਆਪਾਂ 5/√34 ਅਪॉन, देखो 5 मल्टीप्लाई साइन थीटा ही नीचे, तो 3/34 प्लस 3 इंटू 5/√34। लेकिन उस ज़्यादा कैलकुलेट करने की जरूरत नहीं है। देखो 15/34 बन रहा है, दिस इज़ ऑल्सो 15/34, दोनों माइनस चाहे कैंसिल हो गए, 0 आ गया आंसर। तो नीचे वाला कैलकुलेट करने की ज़रूरत ही नहीं है, तो अपना आंसर 0 बन रहा है, सी ऑप्शन। नेक्स्ट इज 6th क्वेश्चन। The length of the shadow of tower on a plain ground is √3 times the height of tower. Find the angle of elevation of the sun. ਇਹਦੇ 'ਚ ਕੀ ਕਰਨਾ ਹੈ, ਇੱਕ ਆਪਾਂ ਨੂੰ ਪਿਲਰ ਦਿੱਤਾ ਹੋਇਆ ਹੈ, ਟਾਰ ਦਿੱਤਾ ਹੋਇਆ ਹੈ, on a plain ground is √3 times the height of tower। ਇੱਕ ਸ਼ੈਡੋ ਹੈ, ਇੱਕ ਖੰਭੇ ਦੀ ਧਰਤੀ ਤੇ ਪਰਛਾਵੇਂ ਦੀ ਲੰਬਾਈ, ਆ ਪਰਛਾਵਾਂ ਨੀਚੇ ਬਣਦਾ, ਖੰਭੇ ਦੀ ਉਚਾਈ ਤੋਂ √3 ਗੁਣਾ ਹੈ। ਜਿਹੜਾ ਪਰਛਾਵਾਂ ਹੈ ਜੇ x ਹੈ ਤੇ √3x ਹੈ, ਤਾਂ ਉਚਾਨ ਕੋਣ ਪਤਾ ਕਰੋ। ਆਪਾਂ ਐਂਗਲ ਕੱਢ ਕੇ ਦੇਣਾ ਹੈ ਇਹ ਵਾਲਾ। ਤਾਂ ਇਹਦੇ ਲਈ ਆਪਾਂ ਲਗਾਵਾਂਗੇ, ਆਪਾਂ ਨੂੰ P ਤੇ H ਦੋਨੋਂ P ਤੇ B ਗਿਵਨ ਹੈ, P/B ਵਾਲਾ ਫਾਰਮੂਲਾ ਲਾਵਾਂਗੇ। P/B ਕੀ ਹੁੰਦਾ tan ਥੀਟਾ, ਦਿਸ ਇਜ਼ ਥੀਟਾ ਐਂਗਲ। P/B, x √3 ਕੈਂਸਲ ਹੋ ਗਏ, ਤਾਂ 1/3 1/√3 ਵੈਲਿਊ ਕਦੋਂ ਹੁੰਦੀ ਹੈ, ਟੈਨ ਦੇ ਟੇਬਲ 'ਚ ਚੈੱਕ ਕਰ ਲਓ, ਇਹ ਵੈਲਿਊ ਹੁੰਦੀ ਹੈ 30 'ਤੇ, ਤਾਂ ਆਪਣਾ ਐਂਗਲ 30 ਆ ਗਿਆ। ਟੇਬਲ ਯਾਦ ਕਰਨਾ ਬਹੁਤ ਜ਼ਰੂਰੀ ਹੈ। ਨੈਕਸਟ ਇਜ਼ 7th क्वेश्चन। ਦੇਖੋ ਕੋਸੀਕੈਂਟ ਦੀ ਵੈਲਿਊ ਫਾਈਂਡ ਵਿੱਚ ਕਰਨ ਨੂੰ ਕਿਹਾ, ਨਾਲ ਕੌਟ, ਤਾਂ ਇਹਦੇ ਲਈ ਆਪਾਂ ਸਿਰਫ ਕੌਟ ਚਾਹੀਦਾ ਫਾਈਂਡ ਕਰਨ ਲਈ। ਕੋਸੀਕੈਂਟ ਤੋਂ ਪਹਿਲਾਂ ਕੌਟ ਕੱਢੋ, ਕਿਵੇਂ, ਜਿਹੜਾ ਮੈਂ ਆਪਾਂ ਕੁਐਸਚਨ ਕੀਤਾ ਹੈ, ਮੈਨੂੰ ਦੱਸ ਰਹੀ ਹਾਂ 5th क्वेश्चन, ਇਸ ਤਰੀਕੇ ਨਾਲ ਹੀ ਤੁਸੀਂ ਖੁਦ ਕਰਨਾ ਹੈ ਟਰਾਈ। 7th क्वेश्चन ਮੈਂ ਤੁਹਾਡੇ ਲਈ ਛੱਡ ਰਹੀ ਹਾਂ। ਨੈਕਸਟ ਇਜ਼ 8th क्वेश्चन। this is also done above in 4th क्वेश्चन, like in 4th क्वेश्चन। देखो उन्होंने कहा tan A इक्वल टू cot B, दोनों कदों इक्वल होणगे, दोनों वैल्यूज़ कदों इक्वल होणगियां, ਜਦੋਂ ਦੋਨਾਂ ਦੇ ਐਂਗਲ ਇਕੁਅਲ ਹੋਣਗੇ, ਉਸੇ ਕੇਸ 'ਚ ਹੀ ਹੁੰਦਾ। ਤਾਂ ਦੋਨਾਂ ਦਾ ਐਂਗਲ ਟੋਟਲ ਕਿੰਨਾ ਹੋ ਗਿਆ, ਟੈਨ ਤੇ ਕੌਟ ਦੋਨੋਂ ਇਕੁਅਲ ਕਿਸ ਕੇਸ 'ਚ ਹੁੰਦੇ ਆ,
45 ਦੇ ਇਕੁਅਲ ਹੁੰਦੇ ਆ। 45 ਪਲੱਸ 45 ਕਿੰਨਾ ਹੋ ਗਿਆ 90, ਤੇ 8 ਦਾ ਕੁਐਸਚਨ ਦਾ ਆਨਸਰ ਹੈ A 90। ਨੈਕਸਟ ਇਜ਼ 9th ladder। Ladder 15 meter long just reach the top of the vertical wall. If the ladder makes an angle of 30 with ground, find the height of wall। ਇੱਕ ਪੌੜੀ ਹੈ, ਦੇਖੋ ਜਿਹੜੀ ਲੈਡਰ ਹੁੰਦੀ ਹੈ ਉਹ ਸਲੈਂਟਿੰਗ ਹੁੰਦੀ ਹੈ ਹਮੇਸ਼ਾ। ਜਦੋਂ ਆਪਾਂ ਕੰਨ ਨਾਲ ਲਗਾਉਂਦੇ ਇਹ ਕਿੰਨੇ ਮੀਟਰ ਲੰਬੀ ਹੈ 15 ਮੀਟਰ ਲੰਬੀ ਹੈ। ਕੰਨ ਨਾਲ ਲਗਾਈ ਹੈ, ਉਹਦਾ ਐਂਗਲ ਕਿੰਨਾ ਬਣਾ ਰਿਹਾ ਉਹ 30 ਦਾ ਬਣਾ ਰਿਹਾ। ਹਾਈਟ ਆਫ ਵਾਲ ਕੱਢਣੀ ਹੈ, ਮੀਨਸ P ਫਾਈਂਡ ਕਰਨਾ ਹੈ। ਦੇਖੋ H ਗਿਵਨ ਹੈ ਤੁਹਾਨੂੰ, P ਫਾਈਂਡ ਕਰਨੀ ਹੈ, ਤਾਂ P ਅਪੋਨ H ਕਿਹਦੇ ਦਾ ਫਾਰਮੂਲਾ ਹੁੰਦਾ ਹੈ ਸਾਈਨ ਦਾ ਹੁੰਦਾ ਹੈ। ਤਾਂ ਸਾਈਨ 30 ਹੋ ਗਿਆ। ਇਹ ਸਾਈਨ 30 ਦੀ ਵੈਲਿਊ ਕਿੰਨੀ ਹੁੰਦੀ ਹੈ ਇਹ ਤੁਹਾਨੂੰ ਟੇਬਲ 'ਚ ਚੈੱਕ ਕਰਨੀ ਪੈਣੀ ਹੈ। ਟੇਬਲ ਯਾਦ ਕਰ ਲਓ, ਡੈਟ ਇਜ਼ ਮਚ ਬੈਟਰ। ਸਾਈਨ 30 ਹੁੰਦੀ ਹੈ 1/2। P ਫਾਈਂਡ ਕਰਨਾ ਹੈ, H 15 ਹੈ, ਇਹਨੂੰ ਸੋਲਵ ਕਰਾਂਗੇ ਆਪਾਂ ਕ੍ਰਾਸ ਮਲਟੀਪਲਾਈ, ਤਾਂ ਇਹ 15/2 ਮੀਨਸ 7.5 ਇਹ ਆਪਸ਼ਨ। Next है an observer 1.5 meter tall is 28.5 meter away from the chimney. An angle of elevation of top of the chimney from her eyes is 45. What's the height of the chimney? एक ऑब्जर्वर है, एक चिमनी है, दो पर्सनस है, तो एक पर्सन है, एक ऑब्जेक्ट है। ये 28.5 है, ये है 1.5 मीटर टॉल। एंगल ऑफ एलिवेशन ऑफ टॉप ऑफ द चिमनी, चिमनी के उपर तो देखिए ਆਪਾਂ आईज तो चेक करना है, आईज उपर होंगी है तो 45 है, तो एंगल 45 बना रहा हो। हाइट ऑफ चिमनी करनी है आप टोटल, सॉरी एक चीज़ मैं गलत ले ली, जी है 28.5 है, ये अवेक है, उन्होंने कितनी दूरी पर खड़ा है वो 28.5 इज़ दिस। जे 28.5 है तो अपर पार्ट भी ये वाला 28.5 होगा। जे 1.5 है तो इन्ने पार्ट भी 1.5 होगा ना, तो आप उपर वाला एक्स पार्ट फाइंड करना है। तो अपर ट्राइंगल आप यूज़ करांगे, अपर ट्राइंगल करांगे, ये P फाइंड करना है, बेस गिवन है P अपॉन B का फॉर्मूला लगावांगे, दिस इज tan 45, tan 45 इज ऑलवेज 1, परपेंडिकुलर इज x, बेस इज 28.5। तो x की वैल्यू थोड़ी कितनी आ गई बाय क्रॉस मल्टीप्लाई 28.5। अगर x 28.5 है तो आप लोअर लेंथ भी वो ऐड करनी है 1.5, दिस इज 0.930 मीन्स योर आंसर इज 30, C option। Thank you for watching the video. Please solve these sums on your copy, subscribe and like the channel so that you can continue with the other videos. Thank you.